ਅੱਜ ਤੁਹਾਨੂੰ ਨਾ ਇੱਕ ਪਿਆਰ ਦੀ ਲਾਜ਼ਵਾਲ ਔਰ ਬੇਮਿਸਾਲ ਪਿਆਰ ਔਰ ਮੁਹੱਬਤ ਦੀ ਕਹਾਣੀ ਤੇ ਗੱਲ ਸੁਣਾਵਾਂਗੇ। ਇੱਕ ਲੜਕੀ ਬੜੀ ਖੂਬਸੂਰਤ ਹੁੰਦੀ ਹੈ ਔਰ ਉਸ ਦੇ ਨਾਲ ਨਾ ਇੱਕ ਲੜਕੇ ਨੂੰ ਪਿਆਰ ਹੋ ਜਾਂਦਾ। ਜਦੋਂ ਉਹਦੇ ਲੜਕੇ ਨੂੰ ਉਸ ਦੇ ਨਾਲ ਪਿਆਰ ਹੋ ਜਾਂਦਾ, ਲੜਕਾ ਕਾਫੀ ਦਗੋ ਦੋ ਕਰਦਾ ਹੈ ਕਿਸੇ ਵੀ ਤਰ੍ਹਾਂ ਉਹ ਲੜਕੀ ਦੇ ਦਿਲ 'ਚ ਆਪਣੀ ਜਗ੍ਹਾ ਬਣਾਉਣ ਲਈ। ਲੇਕਿਨ ਇਸ ਤੋਂ ਪਹਿਲੇ ਦੋਸਤੋ, ਮੈਂ ਇਸੇ ਤਰ੍ਹਾਂ ਦੇ ਵੀਡੀਓ ਬਣਾਉਂਦਾ ਰਹਿਣਾ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ ਔਰ ਇਸ ਨੂੰ ਆਪਣਾ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਵੀ ਕਰੋਗੇ। ਉਹ ਆਖਿਰ ਕਾਫੀ ਦਗੋ ਦੋ ਦੇ ਬਾਅਦ ਉਹ ਲੜਕਾ ਜਿਹੜਾ ਉਹ ਲੜਕੀ ਦੇ ਦਿਲ 'ਚ ਆਪਣੀ ਮੁਹੱਬਤ ਯਾਨੀ ਉਹਦੇ ਦਿਲ 'ਚ ਆਪਣੇ ਲਈ ਜਗ੍ਹਾ ਬਣਾ ਲੈਂਦਾ। ਫਿਰ ਦੋਵਾਂ ਦੀ ਬਾਹਮੀ ਰਜ਼ਾਮੰਦੀ ਦੇ ਨਾਲ ਸ਼ਾਦੀ ਹੋ ਜਾਂਦੀ ਹੈ। ਬਜ਼ੁਰਗ ਜਿਹੜੇ ਦੋਵਾਂ ਸਾਈਡਾਂ ਤੋਂ ਬੱਚੀ ਦੇ ਵੀ ਅਤੇ ਬੱਚੇ ਦੇ ਵੀ ਉਹ ਸ਼ਾਦੀ ਕਰਾ ਦਿੰਦੇ ਨੇ। ਸ਼ਾਦੀ ਕਰਾਉਣ ਤੋਂ ਬਾਅਦ ਦੋਵਾਂ ਦੀ ਨਾ ਬੜੀ ਖੂਬਸੂਰਤੀ ਦੇ ਨਾਲ ਅਤੇ ਬੜੇ ਅੱਛੇ ਤਰੀਕੇ ਦੇ ਨਾਲ ਅਜ਼ਦਵਾਜੀ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੋ ਜਾਂਦਾ ਹੈ ਔਰ ਬੜੇ ਨਾ ਅੱਛੇ ਤਰੀਕੇ ਦੇ ਨਾਲ ਉਹ ਚੱਲਦਾ ਰਹਿੰਦਾ, ਕਿਉਂਕਿ ਲੜਕਾ ਵੀ ਬੜਾ ਸੁਲਝਿਆ ਹੁੰਦਾ ਔਰ ਲੜਕੀ ਜਿਹੜੀ ਹੈ ਉਹ ਵੀ ਬੜੀ ਬਾਸਲੀਕਾ ਔਰ ਬੜੀ ਪੜ੍ਹੀ ਲਿਖੀ ਔਰ ਬੜੀ ਦਨਾ ਲੜਕੀ ਹੁੰਦੀ। ਉਸ ਤੋਂ ਬਾਅਦ ਫਿਰ ਉਹ ਜਦੋਂ ਆਹਿਸਤਾ ਨਾ ਉਹ ਬੱਚੀ ਜਿਹੜੀ ਉਹ ਲੜਕੀ ਹੈ ਨਾ ਉਹਦੇ ਸਕਿਨ ਪ੍ਰੋਬਲਮ ਹੋ ਜਾਂਦੀ ਹੈ, ਯਾਨੀ ਕਿ ਉਹਨੂੰ ਨਾ ਕੋਈ ਜਲਦੀ ਬਿਮਾਰੀ ਉਸ 'ਤੇ ਰੂਨਮਾ ਹੁੰਦੀ। ਉਹਦੀ ਵਜ੍ਹਾ ਤੋਂ ਉਹਨਾਂ ਦੀ ਦਿਨ ਬ ਦਿਨ ਨਾ ਜਿਹੜੀ ਆਪਣੀ ਸਕਿਨ ਖਰਾਬ ਹੁੰਦੀ ਜਾਂਦੀ ਹੈ ਔਰ ਉਹਦੀ ਖੂਬਸੂਰਤੀ ਦੇ ਨਾ ਦਿਨ ਬ ਦਿਨ ਜਿਹੜਾ ਹੈ ਉਹ ਫਰਕ ਆਉਣਾ ਸ਼ੁਰੂ ਹੋ ਜਾਂਦਾ। ਉਹਨੂੰ ਲੜਕੀ ਪਰੇਸ਼ਾਨ ਹੈ ਕਿ ਉਹਦੇ ਖਿਆਲ ਹੈ ਕਿ ਉਹਦੇ ਨਾਲ ਨਾ ਜਿਹੜਾ ਲੜਕਾ ਪਿਆਰ ਕਰਦਾ ਹੈ ਉਹ ਸਿਰਫ ਉਹਦੀ ਖੂਬਸੂਰਤੀ 'ਤੇ ਕਰਦਾ ਹੈ। ਹੁਣ ਲੜਕੀ ਜਿਹੜੀ ਉਹ ਦਿਨ ਬ ਦਿਨ ਪਰੇਸ਼ਾਨ ਹੁੰਦੀ ਰਹਿੰਦੀ ਹੈ ਕਿ ਮੇਰੀ ਖੂਬਸੂਰਤੀ ਜਿਹੜੀ ਉਹ ਦਿਨ ਬ ਦਿਨ ਢਲਦੀ ਜਾ ਰਹੀ ਹੈ, ਮਤਲਬ ਹੈ ਉਹਦੇ 'ਚ ਫਰਕ ਆਉਂਦਾ ਜਾ ਰਿਹਾ, ਕਿਤੇ ਮੇਰੀ ਅਜ਼ਦਵਾਜੀ ਜ਼ਿੰਦਗੀ ਜਾਂ ਮੇਰਾ ਘਰ ਨਾ ਖਰਾਬ ਹੋ ਜਾਏ। ਉਹ ਜਿਹੜਾ ਉਹਦਾ ਸ਼ੌਹਰ ਹੈ ਉਹ ਫਿਰ ਇਸੇ ਦੌਰਾਨ ਹੈ ਜੋ ਕਿਤੇ ਸ਼ਹਿਰ ਕਿਸੇ ਕੰਮ ਵਾਸਤੇ ਨਿਕਲਦਾ ਹੈ, ਉੱਥੇ ਉਹਨੂੰ ਜਾ ਕੇ ਇੱਕ ਹਾਦਸਾ ਪੇਸ਼ ਆ ਜਾਂਦਾ। ਹਾਦਸਾ ਪੇਸ਼ ਹੋਣ ਨਾਲ ਨਾ ਉਹਦੀਆਂ ਦੋਵੇਂ ਅੱਖਾਂ ਜ਼ਾਇਆ ਹੋ ਜਾਂਦੀਆਂ। ਜਦੋਂ ਉਹਦੀਆਂ ਦੋਵੇਂ ਅੱਖਾਂ ਜ਼ਾਇਆ ਹੁੰਦੀਆਂ ਨੇ ਨਾ, ਖੈਰ ਉਹਨੂੰ ਅਤਾ ਪਤਾ ਦੱਸਿਆ, ਐਡਰੈਸ ਪੁੱਛਿਆ ਦੱਸਿਆ, ਉਹਨੂੰ ਲੋਕ ਉਹਦੇ ਘਰ ਪਹੁੰਚਾ ਜਾਂਦੇ ਨੇ। ਹੁਣ ਉਹ ਵਿਚਾਰੇ ਦੀਆਂ ਅੱਖਾਂ ਤਾਂ ਜ਼ਾਇਆ ਹੋ ਗਈਆਂ ਨੇ। ਹੁਣ ਉਹ ਲੜਕੀ ਜਿਹੜੀ ਹੈ ਉਹਦੀਆਂ ਉਹ ਅੱਖਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਯਾਨੀ ਉਹ ਵਿਚਾਰਾ ਹੁੰਦਾ ਤੇ ਅੰਧਾ। ਉਹਦੀ ਬੇਗਮ ਜਿਹੜੀ ਹੈ ਨਾ ਉਹਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀ ਕਿ ਤੇਰੀ ਨਾ ਨਜ਼ਰ ਕਮਜ਼ੋਰ ਹੋ ਗਈ। ਖੈਰ ਉਹ ਕਾਫੀ ਅਰਸਾ ਇਸੇ ਤਰ੍ਹਾਂ ਗੁਜ਼ਰਦਾ ਰਹਿੰਦਾ ਹੈ। ਬੇਗਮ ਜਿਹੜੀ ਉਹ ਬੜੀ ਮਤਲਬ ਹੈ ਕਿ ਵਫਾਦਾਰ ਹੈ ਆਪਣੇ ਮੀਆਂ ਦੇ ਨਾਲ। ਉਹ ਆਪਣੇ ਮੀਆਂ ਦੀ ਹਮੇਸ਼ਾ ਦੀ ਤਰ੍ਹਾਂ ਖਿਦਮਤ ਕਰਦੀ ਰਹਿੰਦੀ ਔਰ ਮੀਆਂ ਨੂੰ ਆਪਣੀ ਨਜ਼ਰ ਦਾ ਨਾ ਹੋਣ ਦਾ ਅਹਿਸਾਸ ਨਹੀਂ ਹੁੰਦਾ। ਉਹ ਆਪਣੀ ਜ਼ਿੰਦਗੀ ਮਾਮੂਲ ਦੇ ਮੁਤਾਬਿਕ ਉਹਦੀ ਚੱਲਦੀ ਰਹਿੰਦੀ ਹੈ ਔਰ ਮੀਆਂ ਬੀਵੀ ਦੀ ਨਾ ਆਪਣੀ ਜਿਹੜੀ ਅਜ਼ਦਵਾਜੀ ਜ਼ਿੰਦਗੀ ਹੈ ਨਾ ਉਹ ਵੀ ਬੜੀ ਖੂਬਸੂਰਤੀ ਦੇ ਨਾਲ ਚੱਲਦੀ ਰਹਿੰਦੀ। ਕੁਛ ਅਰਸੇ ਤੋਂ ਬਾਅਦ ਅੱਲਾਹ ਤਾਲਾ ਦੀ ਹਿਕਮਤ ਇਸ ਤਰ੍ਹਾਂ ਹੁੰਦੀ ਹੈ ਕਿ ਉਹ ਜਿਹੜੀ ਲੜਕੀ ਹੈ ਨਾ ਉਹ ਵਿਚਾਰੀ ਫੌਤ ਹੋ ਜਾਂਦੀ। ਜਦੋਂ ਫੌਤ ਹੋ ਜਾਂਦੀ ਹੈ ਤਾਂ ਉਹਦੇ ਮੀਆਂ ਨੂੰ ਹੋਰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਪਹਿਲੀ ਉਹ ਨਬੀਨਾ ਹੁੰਦਾ, ਫਿਰ ਉਹਦਾ ਜਿਹੜਾ ਇੱਕ ਉਹ ਜੀਵਨ ਸਾਥੀ ਜਿਹੜਾ ਉਹਦੇ ਅੱਖਾਂ ਬਣਿਆ ਹੋਇਆ ਉਹ ਵੀ ਉਹਦਾ ਸਾਥ ਛੋੜ ਜਾਂਦਾ। ਕੁਛ ਦਿਨ ਗੁਜ਼ਰਨ ਤੋਂ ਬਾਅਦ ਉਹਦੇ ਸੋਗ ਵਿੱਚੋਂ ਨਿਕਲਦਾ, ਆਪਣੇ ਆਪ ਨੂੰ ਉਸ ਦੁੱਖ ਤਕਲੀਫ ਵਿੱਚੋਂ ਬਾਹਰ ਕੱਢ ਕੇ ਤੇ ਉਹ ਸੋਚਦਾ ਹੈ ਕਿ ਮੈਂ ਇਹ ਘਰ ਵੇਚ ਕੇ ਜਾਂ ਮੇਰਾ ਇੱਥੇ ਜੋ ਕੁਛ ਹੀ ਇਹਨੂੰ ਸੇਲ ਕਰਕੇ ਨਾ ਤੇ ਮੈਂ ਕਿਸੇ ਦੂਸਰੀ ਜਗ੍ਹਾ 'ਤੇ ਚਲੇ ਜਾ। ਖੈਰ ਉਹ ਆਪਣਾ ਘਰ ਵੇਚ ਦਿੰਦਾ ਹੈ। ਘਰ ਵੇਚਣ ਤੋਂ ਬਾਅਦ ਜੋ ਉਹਦੇ ਕੋਲ ਜਮ੍ਹਾਂ ਪੂੰਜੀ ਹੁੰਦੀ ਹੈ ਉਹ ਲੈਂਦਾ ਹੈ ਅਤੇ ਉੱਥੋਂ ਉਹ ਹਿਜਰਤ ਕਰਦਾ ਹੈ, ਕਿਸੇ ਦੂਸਰੇ ਸ਼ਹਿਰ ਵਾਲੇ ਪਾਸੇ ਉਹ ਨਿਕਲਣਾ ਦਾ ਮਨਸੂਬਾ ਬਣਾਉਣਾ ਸ਼ੁਰੂ ਕਰ ਦਿੰਦਾ। ਜਦੋਂ ਉਸ ਜਗ੍ਹਾ ਨੂੰ ਛੋੜ ਕੇ ਤੇ ਕਿਤੇ ਦੂਸਰੇ ਸ਼ਹਿਰ ਜਾਂ ਪਿੰਡ ਜਾਂ ਜਗ੍ਹਾ 'ਤੇ ਜਾਣ ਦਾ ਉਹ ਪ੍ਰੋਗਰਾਮ ਬਣਾਉਂਦਾ ਹੈ ਨਾ, ਉਹਨੂੰ ਇੱਕ ਬੰਦਾ ਮਿਲਦਾ। ਉਹ ਆਂਦਾ ਯਾਰ ਤੇਰੀਆਂ ਅੱਖਾਂ ਤਾਂ ਹੈ ਨਹੀਂ, ਪਹਿਲੇ ਤੇਰੀ ਬੇਗਮ ਤੇਰੀਆਂ ਅੱਖਾਂ ਦਾ ਕੰਮ ਕਰਦੀ ਸੀ, ਹੁਣ ਉਹ ਵਿਚਾਰੀ ਫੌਤ ਹੋ ਗਈ, ਅੱਲਾਹ ਪਾਕ ਉਹਨੂੰ ਉਹਦੀ ਮਗਫਰਤ ਕਰੇ। ਹੁਣ ਤੂੰ ਕੀ ਕਰੇਂਗਾ? ਤੂੰ ਮਤਲਬ ਹੈ ਕਿ ਨਬੀਨਾ ਹੈ, ਦੇਖ ਸਕਦਾ ਨਹੀਂ ਹੈ, ਤੂੰ ਦੂਸਰੇ ਕਿਸੇ ਸ਼ਹਿਰ ਕਿਵੇਂ ਜਾਏਗਾ, ਕੀ ਕਰੇਂਗਾ? ਬੰਦੇ ਨੇ ਬੜੀ ਇੱਕ ਖੂਬਸੂਰਤ ਗੱਲ ਕੀਤੀ। ਉਹਨੇ ਕਿਹਾ ਮੈਂ ਅੰਧਾ ਉਸ ਵੇਲੇ ਵੀ ਨਹੀਂ ਸੀ, ਮੇਰੀਆਂ ਅੱਖਾਂ ਉਸ ਵੇਲੇ ਵੀ ਕੰਮ ਕਰਦੀਆਂ ਸੀ ਅਤੇ ਮੇਰੀਆਂ ਅੱਖਾਂ ਹੁਣ ਵੀ ਕੰਮ ਕਰਦੀਆਂ। ਤੇ ਬੰਦੇ ਨੇ ਕਿਹਾ ਫਿਰ ਇਹ ਡਰਾਮਾ ਕੀ? ਅਤੇ ਉਹ ਕਹਿਣ ਲੱਗਾ ਡਰਾਮਾ ਮੈਂ ਇਸ ਵਾਸਤੇ ਕੀਤਾ ਹੈ ਕਿ ਮੈਨੂੰ ਲੱਗਦਾ ਸੀ ਕਿ ਮੇਰੀ ਬੇਗਮ ਪਹਿਲੇ ਬਿਮਾਰ ਔਰ ਪਰੇਸ਼ਾਨ ਹੈ।
ਜੇ ਮੈਂ ਉਹਨੂੰ ਪਤਾ ਲੱਗਦਾ ਕਿ ਮੇਰਾ ਮੀਆਂ ਮੈਨੂੰ ਰੋਜ਼ ਬਰੋਜ਼ ਮੇਰੀ ਖੂਬਸੂਰਤੀ ਘਟਦੀ ਨੂੰ ਦੇਖ ਰਿਹਾ, ਤੇ ਹੋਰ ਜ਼ਿਆਦਾ ਉਹਨੇ ਪਰੇਸ਼ਾਨ ਹੋ ਜਾਣਾ ਸੀ। ਲਿਹਾਜ਼ਾ ਮੈਂ ਇੱਕ ਡਰਾਮਾ ਕੀਤਾ ਹੈ ਕਿ ਮੇਰੀਆਂ ਜਿਹੜੀਆਂ ਨੇ ਨਾ ਅੱਖਾਂ ਉਹ ਕੰਮ ਕਰਨਾ ਛੱਡ ਗਈਆਂ ਨੇ, ਮੇਰੀ ਨਜ਼ਰ ਖ਼ਤਮ ਹੋ ਗਈ, ਤਾਂ ਕਿ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਾ ਹੋਵੇ ਕਿ ਉਹਦੀ ਖੂਬਸੂਰਤੀ ਦੀ ਵਜ੍ਹਾ ਤੋਂ ਮੈਂ ਉਹਨੂੰ ਚਾਹੁੰਦਾ ਜਾਂ ਉਹਨੂੰ ਕੋਈ ਮਤਲਬ ਇਹ ਪਰੇਸ਼ਾਨੀ ਨਾ ਹੋਵੇ। ਤੇ ਬੜੀ ਬਿਹਤਰੀਨ ਇੱਕ ਕਹਾਣੀ ਹੈ। ਅਗਰ ਇਸ ਨੂੰ ਸਟੋਰੀ ਨੂੰ ਇਸ ਨੂੰ ਜ਼ਿਹਨੀ ਰੱਖ ਲਿਆ ਜਾਵੇ ਤੇ ਮੀਆਂ ਬੀਵੀ ਦੇ ਤਲਾਕ ਦੇ ਮਾਮਲੇ 'ਚ ਵੀ ਹੈ, ਔਰ ਇਹ ਵੀ ਹੈ ਕਿ ਇਨਸਾਨੀਅਤ ਨਾਲ ਪਿਆਰ ਮੁਹੱਬਤ ਹੋਣਾ ਚਾਹੀਦਾ ਹੈ। ਜਿਹੜੀ ਖੂਬਸੂਰਤੀ ਹੈ ਉਹਦਾ ਤਾਂ ਪਤਾ ਨਹੀਂ ਹੈ, ਪੈਸੇ ਦਾ ਨਹੀਂ ਪਤਾ, ਖੂਬਸੂਰਤੀ ਦਾ ਨਹੀਂ ਪਤਾ ਇਹ ਕਦੋਂ ਹੈ ਤੇ ਇਹਨੇ ਕਦੋਂ ਸਾਥ ਛੱਡ ਜਾਣਾ। ਇਸ ਲਈ ਇਨਸਾਨੀਅਤ ਦੇ ਨਾਲ, ਇਨਸਾਨ ਦੇ ਕਿਰਦਾਰ ਦੇ ਨਾਲ, ਇਨਸਾਨ ਦੀ ਸੋਚ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਬਾਕੀ ਜਿਹੜੀ ਹੈ ਨਾ ਹੁਸਨ, ਖੂਬਸੂਰਤੀ, ਇਹ ਚੀਜ਼ਾਂ ਆਉਣ ਜਾਣ ਵਾਲੀਆਂ ਨੇ, ਇਹਨਾਂ 'ਤੇ ਇਹ ਕੋਈ ਡਿਪੈਂਡ ਨਹੀਂ ਕਰਦਾ। ਡਿਪੈਂਡ ਕਰਦਾ ਹੈ ਕਿ ਇਨਸਾਨ ਦਾ ਕਿਰਦਾਰ ਇੰਝ ਫੁੱਲਾਂ ਦੀ ਤਰ੍ਹਾਂ ਹੋਏ, ਜਦੋਂ ਇਹ ਲੋਕਾਂ ਨੂੰ ਖੁਸ਼ਬੂ ਆਏ, ਜਦੋਂ ਉੱਥੋਂ ਇਨਸਾਨ ਚਲੇ ਜਾਏ ਲੋਕਾਂ ਦੀ ਉਹ ਕਿਰਦਾਰ ਦੀ ਫੁੱਲਾਂ ਦੀ ਤਰ੍ਹਾਂ ਖੁਸ਼ਬੂ ਮਹਿਕੇ, ਔਰ ਲੋਕ ਪਿੱਛੇ ਬਹਿ ਕੇ ਗੱਲਾਂ ਕਰਦੇ ਰਹਿਣ ਕਿ ਯਾਰ ਫਿਲਾਮ ਬੰਦਾ ਕਿਆ ਕਮਾਲ ਬੰਦਾ ਸੀ ਤੇ ਕੀ ਹੁੰਦਾ ਕਮਾਲ ਦਾ ਕਿਰਦਾਰ ਸੀ। ਲਿਹਾਜ਼ਾ ਕਿਰਦਾਰ ਅੱਛਾ ਹੋਣਾ ਚਾਹੀਦਾ, ਖੂਬਸੂਰਤੀ ਜਿਹੜੀ ਉਹ ਕੋਈ ਮਾਨੇ ਨਹੀਂ ਰੱਖਦੀ। ਆਪਣਾ ਖਿਆਲ ਰੱਖੀਏ ਤੇ ਅੱਲਾ ਹਾਫਿਜ਼।